Okay, so today our topic is about animal kingdom. Uh, First three chapters were about the living world, biological classification, and plant kingdom. है ना? The now is the animal kingdom. Animal kingdom ਚ ਅਸੀਂ ਕੀ ਕਰਨਾ ਹੈਗਾ ਆ ਕਿ ਜਿੰਨੇ ਵੀ ਐਨੀਮਲਸ ਹੈਗੇ ਆ ਜੋ ਅਸੀਂ ਐਨੀਮਲ ਕਿੰਗਡਮ ਚ ਰੱਖੇ ਹੈਗੇ ਆ ਉਹਨਾਂ ਨੂੰ ਅਸੀਂ ਅਗੇਨ ਡਿਸਟ੍ਰੀਬਿਊਟ ਕਰਨਾ ਹੈਗਾ ਛੋਟੇ ਗਰੁੱਪਸ ਦੇ ਵਿੱਚ ਠੀਕ ਆ what was the need of animal kingdom ਨੀਡ ਕੀ ਸੀਗੀ ਇਹਦੀ ਕੀ ਨੀਡ ਸੀਗੀ ਐਨੀਮਲ ਕਿੰਗਡਮ ਦੀ ਕੈਨ ਯੂ ਪੀਪਲ ਟੈਲ ਅਸ ਕੀ ਨੀਡ ਸੀਗੀ ਇਹਦੀ ਨੋ ਦੇਖੋ ਹੁਣ ਸਾਡੇ ਕੋਲੇ ਡਿਫਰੈਂਟ ਤਰ੍ਹਾਂ ਦੇ ਐਨੀਮਲਸ ਆ ਠੀਕ ਆ ਔਨ ਅਰਥ ਦੇਰ ਆਰ ਅਬਾਊਟ 1.2 ਮਿਲੀਅਨ ਐਨੀਮਲਸ ਠੀਕ ਆ ਐਨੀਮਲ ਸਪੀਸ਼ੀਜ਼ ਵੀ ਕੈਨ ਸੇ ਅਬਾਊਟ 1.2 ਮਿਲੀਅਨ ਠੀਕ ਆ ਅਪਰੋਕਸੀਮੇਟਲੀ ਇੰਨੇ ਐਨੀਮਲਸ ਜਿਹੜੇ ਹੈਗੇ ਆ ਇਹ ਅਰਥ ਦੇ ਉੱਤੇ ਅਵੇਲੇਬਲ ਆ ਹੁਣ ਇਹ ਸਾਰੇ ਜਿਹੜੇ ਐਨੀਮਲਸ ਹੈ ਇਹਨਾਂ ਸਾਰੇ ਐਨੀਮਲਸ ਨੂੰ ਅਸੀਂ ਇੱਕ ਹੀ ਕੈਟਾਗਰੀ ਦੇ ਵਿੱਚ ਤਾਂ ਨਹੀਂ ਰੱਖ ਸਕਦੇ ਹੈ ਨਾ ਜਿੱਦਾਂ ਸਿੰਪਲ ਜਿਹੀ ਐਗਜ਼ਾਮਪਲ ਆ ਤੁਹਾਡੇ ਅਰਾਊਂਡ ਜਿੰਨੇ ਵੀ ਐਨੀਮਲਸ ਆ ਜਿੱਦਾਂ ਡੌਗ ਹੋ ਗਿਆ ਠੀਕ ਆ ਕੈਟ ਹੋ ਗਈ ਦੈਨ ਉਸ ਤੋਂ ਬਾਅਦ ਹੋਰ ਕਿਹੜੇ ਡੋਮੈਸਟਿਕ ਐਨੀਮਲਸ ਆ ਬਰਡਸ ਕਹਿ ਲਓ ਠੀਕ ਆ ਡਿਫਰੈਂਟ ਕਾਈਂਡ ਆਫ ਬਰਡਸ ਦੈਨ ਜਿਹੜੀ ਕਾਓ ਆ ਬਫਲੋ ਆ ਠੀਕ ਆ ਹੈ ਨਾ ਇਹ ਜਿਹੜੇ ਸਾਰੇ ਐਨੀਮਲਸ ਹੈਗੇ ਸਾਰੇ ਸੇਮ ਕੈਟਾਗਰੀ ਵਾਲੇ ਤਾਂ ਨਹੀਂ ਹੈਗੇ ਠੀਕ ਆ ਸਨੇਕਸ ਹੋ ਗਏ ਠੀਕ ਹੁਣ ਇਹ ਸਾਰੇ ਜਿਹੜੇ ਐਨੀਮਲਸ ਹੈ ਇਹਨਾਂ ਨੂੰ ਬ੍ਰੌਡਲੀ ਕੈਟਾਗਰਾਈਜ਼ ਕੀਤਾ ਗਿਆ ਆ ਇਹਨਾਂ ਦੀ ਫੀਚਰਸ ਦੇ ਅਕੋਰਡਿੰਗ ਠੀਕ ਆ ਬ੍ਰੌਡਲੀ ਕੈਟਾਗਰਾਈਜ਼ ਅੱਛਾ ਇਸ ਤੋਂ ਇਲਾਵਾ ਸਾਡੇ ਕੋਲ ਇਹ ਐਨੀਮਲਸ ਐਂਡ ਇਸ ਤੋਂ ਇਲਾਵਾ ਤੁਸੀਂ ਹੋਰ ਕੀ ਦੇਖਦੇ ਆ ਮੌਸਕੀਟੋ ਹੈ ਨਾ ਆਂਟਸ ਸਪਾਈਡਰਸ ਇਹ ਸਾਰੇ ਐਨੀਮਲ ਹੀ ਆ ਜਾਂ ਫਿਰ ਇਹਨਾਂ 'ਚ ਕੋਈ ਹੈ ਜਿਹੜਾ ਐਨੀਮਲ ਨਹੀਂ ਹੈ ਦੇਖਦਾ ਤੇ ਹੁਣ ਇਹ ਜਿਹੜੇ ਸਾਰੇ ਦੇ ਸਾਰੇ ਐਨੀਮਲਸ ਆ ਇਹਨਾਂ ਨੂੰ ਅਸੀਂ ਬ੍ਰੌਡਰ ਕੈਟਾਗਰੀਜ਼ ਦੇ ਵਿੱਚ ਵੰਡ ਦਿੰਦੇ ਆ ਠੀਕ ਆ ਫਸਟ ਆਫ ਆਲ ਸਾਡੇ ਕੋਲੇ ਮੈਜੋਰਿਟੀ 'ਚ ਜਿਹੜੇ ਦੋ ਮੇਜਰ ਗਰੁੱਪਸ ਹੈਗੇ ਆ ਦੇ ਆਰ ਇਨਵਰਟੀਬ੍ਰੇਟਸ ਐਂਡ ਵਰਟੀਬ੍ਰੇਟਸ ਠੀਕ ਆ ਨॉन ਕੌਰਡੇਟਸ ਤੇ ਕੌਰਡੇਟਸ ਇਨਵਰਟੀਬ੍ਰੇਟਸ ਜਿਹਨਾਂ ਦੇ ਵਿੱਚ ਕੋਈ ਰੀੜ ਦੀ ਹੱਡੀ ਨਹੀਂ ਹੈਗੀ ਨੋ ਵਰਟੀਬਰਲ column ठीक है but these have vertebral column got it ਹੁਣ ਇਹ ਜਿਹੜੇ ਇਨਵਰਟੀਬ੍ਰੇਟਸ ਨੇ ਫਸਟ ਆਫ ਆਲ ਅਸੀਂ ਇਹ ਪੜ੍ਹਨੇ ਆ ਉਸ ਤੋਂ ਬਾਅਦ ਅਸੀਂ ਵਰਟੀਬ੍ਰੇਟਸ ਕਰਨੇ ਆ ਠੀਕ ਆ ਇਨਵਰਟੀਬ੍ਰੇਟਸ ਜਿਹੜੇ ਹੈਗੇ ਆ ਫਰਦਰ ਅਸੀਂ ਕਲਾਸੀਫਿਕੇਸ਼ਨ ਚੈਪਟਰ ਜਿਹੜਾ ਸੀਗਾ ਉਹਦੇ ਵਿੱਚ ਅਸੀਂ ਇਹ ਚੀਜ਼ ਕੀਤੀ ਸੀ ਕਲਾਸੀਫਿਕੇਸ਼ਨ ਵਾਲੇ 'ਚ ਕਿ ਕੋਈ ਵੀ ਇੱਕ ਐਨੀਮਲ ਆ ਉਹਨੂੰ ਅਸੀਂ ਜਦੋਂ ਡਿਵਾਈਡ ਕਰਦੇ ਆ ਉਹਦਾ ਗਰੁੱਪਸ ਦੇ ਵਿੱਚ ਤੇ ਫਸਟ ਆਫ ਆਲ ਉਹਦਾ ਸਾਡੇ ਕੋਲੇ ਹੁੰਦਾ ਆ ਕਿੰਗਡਮ ਕੋਈ ਵੀ ਆਰਗੇਨਿਜ਼ਮ ਆ ਚਾਹੇ ਕੋਈ ਪਲਾਂਟ ਆ ਚਾਹੇ ਫੰਗਸ ਸੀਗੀ ਚਾਹੇ ਕੋਈ ਬੈਕਟੀਰੀਆ ਵਾਇਰਸ ਸੀ ਜੋ ਵੀ ਸੀਗੇ ਕਿੰਗਡਮ ਸੀਗਾ ਫਿਰ ਸੀਗਾ ਫਾਈਲਮ ਹੈ ਨਾ ਫਾਈਲਮ ਤੋਂ ਬਾਅਦ ਸਾਡੇ ਕੋਲੇ ਕੀ ਸੀਗੀ ਕਲਾਸ ਔਰ ਫੈਮਿਲੀ क्लास फिर ऑर्डर फिर जीनस फिर स्पीशीज फैमिली भी होंगी है विच फैमिली समटाइम असीं स्किप कर दिंदे आ विचों नहीं याद करते हैगे दैट्स ओके क्लास ऑर्डर जीनस ते स्पीशीज स्पीशीज दा पहला अल्फाबेट हमेशा छोटा हुंदा आ ठीक है याद रखना साइंटिफिक नेम्स दे रूल्स ਹੁਣ ਫਾਈਲਮ ਅਸੀਂ ਇੱਥੇ ਇਨਵਰਟੀਬ੍ਰੇਟਸ ਜਿਹੜੇ ਹੈਗੇ ਆ ਹਨਾ ਇਨਵਰਟੀਬ੍ਰੇਟਸ ਜਿਹੜੇ ਹੈ ਉਹ ਅੱਗੇ ਫਰਦਰ 8 to 9 ਫਾਈਲਮਸ ਜਿਹੜੇ ਹੈਗੇ ਆ ਉਹਨਾਂ 'ਚ ਡਿਵਾਈਡਡ ਆ ਠੀਕ ਆ 8 to 9 ਮੈਂ ਕਿਉਂ ਕਹਿ ਰਹੀ ਹੈਗੀ ਆ ਉਹ ਵੀ ਆਈਲ ਐਕਸਪਲੇਨ ਲੇਟਰ ਔਨ ਕਿ ਕੁਝ ਫਾਈਲਮ ਹੈ ਜਿਹੜੇ ਅਸੀਂ ਮਰਜ ਕਰਕੇ ਬੋਲ ਦਿੰਦੇ ਆ ਕੰਬਾਈਨਲੀ ਜਿੱਦਾਂ ਰਾਉਂਡ ਵਰਮਸ ਆ ਤੇ ਫਲੈਟ ਵਰਮਸ ਆ ਉਹਨਾਂ ਨੂੰ ਅਸੀਂ ਇਕੱਠੇ ਵਰਮਸ ਕਹਿ ਦਿੰਦੇ ਆ ਠੀਕ ਆ ਹੈਲਮੰਥਸ ਕਹਿ ਦਿੰਦੇ ਆ ਹੈਲਮੰਥਸ ਦੇ ਅੱਗੇ
platyhelminths ਤੇ aschelminths 8 to 9 ਫਾਈਲਮਸ ਸਾਡੇ ਕੋਲੇ ਹੈਗੇ ਆ। ਫਰਸਟ ਆਪਾਂ ਫਾਈਲਮਸ ਦੇ ਬਾਰੇ ਚ ਪੜ੍ਹਨਾ, ਠੀਕ ਆ। ਹਰ ਇੱਕ ਫਾਈਲਮ ਇਨਵਰਟੀਬ੍ਰੇਟਸ ਦੇ ਵਿੱਚ ਜਿਹੜੇ ਹੈ, ਠੀਕ ਆ, ਉਹ ਪੜ੍ਹਨੇ ਆ ਅਸੀਂ। ਉਸ ਤੋਂ ਬਾਅਦ ਅਸੀਂ ਅੱਗੇ ਫਰਦਰ ਉਹਨਾਂ ਦੀ ਕਲਾਸਿਸ ਐਂਡ ਆਰਡਰਸ ਜੋ ਵੀ ਆ ਦੇਖਣੇ ਹੈਗੇ ਆ। ਹੁਣ ਸਭ ਤੋਂ ਪਹਿਲਾਂ ਜਿਹੜੇ ਇਨਵਰਟੀਬ੍ਰੇਟਸ ਆ ਉਹ ਵਰਟੀਬ੍ਰੇਟਸ ਤੋਂ ਕਿੱਦਾਂ ਅਲੱਗ ਹੈਗੇ ਆ, ਇਹਨਾਂ ਦਾ ਸਭ ਤੋਂ ਵੱਡਾ ਮੈਂ ਇੱਕ ਤੁਹਾਨੂੰ ਡਿਫਰੈਂਸ ਦੱਸ ਦਿੱਤਾ ਕਿ ਵਰਟੀਬਰਲ ਕਾਲਮ ਇਹਨਾਂ 'ਚ ਪ੍ਰੈਜ਼ੈਂਟ ਨਹੀਂ ਹੈਗਾ, ਉਹਨਾਂ ਦੇ ਵਿੱਚ ਪ੍ਰੈਜ਼ੈਂਟ ਆ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਸਿਸਟਮਸ ਹੈਗੇ ਆ ਜਿਹੜੇ ਕਿ ਇਹਨਾਂ 'ਚ ਨਹੀਂ ਹੁੰਦੇ ਜਾਂ ਲੈਸ ਡਿਵੈਲਪਡ ਆਪਾਂ ਕਹਿ ਸਕਦੇ ਹਾਂ, ਤੇ ਇਹਨਾਂ ਦੇ ਵਿੱਚ ਵੈਲ ਡਿਵੈਲਪਡ ਹੁੰਦੇ ਹੈਗੇ ਆ ਵਰਟੀਬ੍ਰੇਟਸ ਦੇ ਵਿੱਚ। ਹੁਣ ਫਸਟ ਆਫ ਆਲ ਆ ਗਿਆ ਫਾਈਲਮਸ, ਤੇ ਸਭ ਤੋਂ ਪਹਿਲਾ ਜਿਹੜਾ ਸਾਡੇ ਕੋਲੇ ਫਾਈਲਮ ਆ ਮੈਂ ਇਰੇਜ਼ ਕਰਦਾ। ਇਨਵਰਟੀਬ੍ਰੇਟਸ, ਠੀਕ ਆ। ਇਨਵਰਟੀਬ੍ਰੇਟਸ ਦੇ ਵਿੱਚ ਫਾਈਲਮ ਫਰਸਟ ਫਾਈਲਮ ਇਜ਼ ਦਾ ਪੋਰੀਫੇਰਾ, ਠੀਕ ਆ। ਸੈਕਿੰਡ ਫਾਈਲਮ ਇਜ਼ ਸੀਲੈਂਟ੍ਰੇਟਾ, ठीक है, सीलेंट्रेटा। थर्ड फाइलम इज किहड़ा है देखो तो इतना टाइम that is the Ctenophora, ठीक है। then fourth phylum आ गया साडे कोले हेलमिन्स, ठीक है। हेलमिन्स दे विच मैं तुहानू दस्सिया प्लैटीहेलमिन्स ते एस्कहेलमिन्स, गॉट इट, ठीक है। अगे फिफ्थ फाइलम आ गया साडे कोले एनेलिडा, एनेलिडा ही है ना। सिक्स्थ फाइलम आ गया आर्थ्रोपोडा, गॉट इट, ठीक है। आर्थ्रोपोडा जिहड़ा हैगा आ इहनू सब तो वड्डा फाइलम मन्निया जांदा आ, ठीक है, हुण तक दा। उस तो बाद आर्थ्रोपोडा तो बाद साडे कोले की आ गए मोलस्कन्स, आर्थ्रोपोडा तो बाद मोलस्कन्स, मोलस्का। then the last one is the Echinodermata, Echinodermata, got it, ठीक है। ओके, हुण ये हो गए 8 फाइलम्स है ना। एंड जे असीं इन्हां नूं मैं इन्हां नूं दो अलग अलग फाइलम्स दे दिंदी, इहनूं 5th कह दिंदी एंड इहनूं 6th कह दिंदी, ऑब्वियसली फिर ये 9 हो जाने सीगे, है ना, ठीक है। हुण ये जिहड़े भी फाइलम्स है असीं हर एक फाइलम दे फीचर्स देखने हैगे आ, ठीक आ। कि जिहड़ा पॉरीफेरा आ, सीलेंट्रेटा आ, टीनोफोरा आ, इन्हां दे मेन फीचर्स की हैगे आ, दैन आफ्टरवर्ड्स इन्हां दे किहड़े-किहड़े फीचर्स है, जिहड़े एनीमल्स वो फीचर शो करते उन्होंने असीं इस ग्रुप दे विच रखिया होया है, ठीक आ। सब तो पहला असीं की करना हैगा आ फाइलम पॉरीफेरा। बिफोर डूइंग दिस कुछ कॉमन फीचर मैं तुहानूं दसदी हां इन्हां दे कि किहड़े-किहड़े फीचर्स हो सकदे आ। एक तां असीं जनरल इन्हां दा बॉडी प्लान लैके चलदे हैगे आ, ठीक आ। बॉडी प्लान दे बेस दे उत्ते असीं ऑर्गेनिजम्स जिहड़े हैगे उन्हां नूं डिवाइड करदे हैगे आ, ठीक आ। फिर उन्हां दे एक्सक्रीशन दे बेस ते, एक्सक्रीटरी सिस्टम दे बेस ते, ठीक आ, उन्हां दे सर्कुलेटरी सिस्टम दे बेस ते, ठीक आ। हुण जिहड़े बॉडी प्लान्स आ पहलां इहदी गल करदे आ ते बॉडी प्लान कहंदा जां तां इदां हो सकदा है कि जिद्दां कोई भी ऑर्गेनिज्म आ एक सिंगल सैल तो बनिया हैगा आ, ठीक है, या सैल्स दी एग्रीगेशन दे नाल बनिया, मतलब 3-4 सैल्स या मैनी सैल्स मिल के वो बनाया उन्होंने बॉडी प्लान, ठीक आ।
ਤੇ ਸੈੱਲ ਐਗਰੀਗੇਟ ਬੋਡੀ ਪਲਾਨ ਵੀ ਹੋ ਸਕਦਾ ਹੈ ਤਾਂ ਸਿੰਪਲ ਬੋਡੀ ਪਲਾਨ ਵੀ ਹੋ ਸਕਦਾ। ਸੋ ਨੈਕਸਟ ਇੱਕ ਚੀਜ਼ ਆ ਜਾਂਦੀ ਹੈਗੀ ਆ ਸਾਡੇ ਕੋਲੇ, ਅਸੀਂ ਕਹਿੰਦੇ ਹੈਗੇ ਆ ਕਿ ਬੋਡੀ ਜਿਹੜੀ ਹੈਗੀ ਆ ਉਹ that is blind sac tube within a tube, ਠੀਕ ਆ। blind sac body plan ਵੀ ਹੁੰਦਾ ਇੱਕ ਸਾਈਡ closed and ਇੱਕ ਸਾਈਡ open, ਠੀਕ ਆ। ਤੇ ਜਿਹੜਾ ਹੈਗਾ ਆ tube within a tube that is what, ਆ ਇੱਕ tube ਹੈਗੀ ਆ, ਠੀਕ ਆ। ਇਹਦੇ ਅੰਦਰ ਇੱਕ ਹੋਰ ਛੋਟੀ tube ਹੈਗੀ ਆ, ਲਾਈਕ ਆਰ ਬੋਡੀ, ਸਾਡੀ ਬੋਡੀ ਇੱਕ ਟਿਊਬ ਆ, ਉਹਦੇ ਅੰਦਰ ਇੱਕ ਇੰਟੈਸਟਾਈਨ ਵਾਲੀ ਟਿਊਬ ਜਾਂ ਫੂਡ ਪਾਈਪ ਵਾਲੀ ਟਿਊਬ ਆ। ਅਸੀਂ ਸਾਡੇ ਵਿੱਚ ਜਿਹੜੀ ਕੰਪਲਿਕੇਟਡ ਡਾਈਜੈਸਟਿਵ ਸਿਸਟਮ ਆ, ਬਟ ਜਿਹੜੇ ਇਹ ਲੋਅਰ ਆਰਗੈਨਿਜ਼ਮਸ ਆ ਇਹਨਾਂ ਦੇ ਵਿੱਚ ਜਿਹੜਾ ਬੋਡੀ ਪਲਾਨ ਹੁੰਦਾ ਆ ਇਹ ਟਿਊਬ ਵਿਦਿਨ ਅ ਟਿਊਬ, ਉਹ ਕੁਛ ਸਿੰਪਲ ਵੇ 'ਚ ਹੁੰਦੀ ਹੈਗੀ ਆ। ਜਿੱਦਾਂ ਅਰਥਵਰਮ ਦੇਖਿਆ ਕਦੇ, ਅਰਥਵਰਮ ਦੇਖਿਆ ਕਦੇ, ਅਰਥਵਰਮ ਜਿੱਦਾਂ ਖੁਦ ਹੈਗਾ ਆ ਮਾਊਥ ਤੋਂ ਲੈ ਕੇ ਏਨਸ ਤੱਕ ਉਹਦੇ ਸਾਰੀ ਦੀ ਸਾਰੀ ਇੱਕ ਟਿਊਬ ਰਨ ਕਰਦੀ ਜਾਂਦੀ ਹੈਗੀ ਆ। ਗॉट ਇਟ? ਓਕੇ, ਹੁਣ ਅਸੀਂ ਐਕਸਕ੍ਰੀਟਰੀ ਸਿਸਟਮ ਦੀ ਗੱਲ ਕਰੀਏ ਤੇ ਜਿਹੜੀ ਐਕਸਕ੍ਰੀਸ਼ਨ ਹੈਗੀ ਆ ਉਹ ਸਾਡੇ ਕੋਲੇ ਤਿੰਨ ਤਰ੍ਹਾਂ ਦੀ ਹੁੰਦੀ ਹੈਗੀ ਆ। ਐਕਸਕ੍ਰੀਸ਼ਨ ਜਿਹੜੀ ਹੈਗੀ ਆ ਦੈਟ ਇਜ਼ ਐਨੀਮਲਸ ਸ਼ੋ ਕਰਦੇ ਹੈਗੇ ਆ ਯੂਰੀਕੋਟੈਲਿਕ, ਯੂਰੀਓਟੈਲਿਕ ਤੇ ਅਮੋਨੋਟੈਲਿਕ। ਗॉट इट? ਜਿਹੜੇ ਅਮੋਨੋਟੈਲਿਕ ਆ ਇਹਨਾਂ ਦੇ ਵਿੱਚ ਅਮੋਨੀਆ is the waste material, यूरियोटैलिक यूरियो मतलब यूरिया is the waste material, यूरिकोटैलिक ਦੇ ਵਿੱਚ यूरिक acid, ਸੁਣਿਆ यूरिक acid? यूरिक acid is the waste material। ਹੁਣ ਇਹ ਸਾਰੀਆਂ ਚੀਜ਼ਾਂ ਵੀ ਅਸੀਂ ਦੇਖ ਕੇ ਜਿਹੜੇ ਐਨੀਮਲਸ ਆ ਉਹਨਾਂ ਨੂੰ ਡਿਸਟ੍ਰੀਬਿਊਟ ਕਰਦੇ ਆ ਅਲੱਗ-ਅਲੱਗ ਗਰੁੱਪਸ ਦੇ ਵਿੱਚ। ਆਫਟਰ ਦਿਸ ਹੋਰ ਇਦਾਂ ਦੇ ਕਾਮਨ ਫੀਚਰਸ ਕਈ ਹੈਗੇ, ਜਿੱਦਾਂ ਉਹਨਾਂ ਦੀ ਬੋਡੀ ਜਿਹੜੀ ਹੈਗੀ ਆ ਉਹ ਸੀਲੋਮੇਟਸ ਆ ਜਾਂ ਏ ਸੀਲੋਮੇਟ ਆ ਜਾਂ ਟਰੂ ਸੀਲੋਮੇਟ ਆ, ਠੀਕ ਆ। ਮਤਲਬ ਬੋਡੀ ਕੈਵਿਟੀ ਦੇ ਬੇਸ ਦੇ ਉੱਤੇ ਬੋਡੀ ਕੈਵਿਟੀ, ਬੋਡੀ ਕੈਵਿਟੀ, ਬੋਡੀ ਕੈਵਿਟੀ ਜਿਹੜੀ ਹੈਗੀ ਆ ਜੇ ਨਹੀਂ ਹੈਗੀ ਨੋ ਬੋਡੀ ਕੈਵਿਟੀ ਤਾਂ ਅਸੀਂ ਉਹਨੂੰ ਕਹਿਣਾ ਏ ਸੀਲੋਮੇਟਸ। ਇਹ ਜਿਹੜੀਆਂ ਟਰਮਸ ਹੈਗੀਆਂ ਨਾ ਜਦੋਂ ਆਪਾਂ ਅਲੱਗ-ਅਲੱਗ ਫਾਈਲਮ ਪੜ੍ਹਨੇ ਉਹਦੇ ਵਿੱਚ ਇਹ ਟਰਮਸ ਯੂਜ਼ ਹੋਣੀਆਂ, ਤੇ ਤੁਹਾਨੂੰ ਇਹਨਾਂ ਟਰਮਸ ਦੇ ਮਤਲਬ ਪਤਾ ਹੋਣਗੇ ਤਾਂ ਇਟ ਵਿਲ ਬੀ ਈਜ਼ੀ ਫॉर ਯੂ ਟੂ ਅੰਡਰਸਟੈਂਡ, ਠੀਕ ਆ। ਫਿਰ ਆ ਜਾਂਦਾ ਅੱਗੇ ਇੱਕ ਟਰੂ ਸੀਲੋਮੇਟ ਐਂਡ ਇੱਕ ਫਾਲਸ ਸੀਲੋਮੇਟਸ। ਓਕੇ ਦੈਨ ਟਰੂ ਸੀਲੋਮੇਟਸ ਜਿਹੜੇ ਹੈ, ਟਰੂ ਸੀਲੋਮੇਟਸ ਕਿਹੜੇ ਹੁੰਦੇ ਆ? ਇੱਕ ਸਾਡੇ ਕੋਲੇ ਸਪੋਜ਼ ਆ ਇੱਕ ਪਾਈਪ ਆ, ਠੀਕ ਆ, ਠੀਕ ਆ। ਇਹ ਇੱਕ ਪਾਈਪ ਆ, ਮਤਲਬ ਇਹ ਕਿਸੇ ਐਨੀਮਲ ਦੀ ਬੋਡੀ ਆ। ਇਸ ਪਾਈਪ ਦੇ ਅੰਦਰ ਇੱਕ ਅਸੀਂ ਕਵਰਿੰਗ ਚੜਾਈ ਹੋਈ ਆ, ਠੀਕ ਆ, ਲਾਈਕ ਇਦਾਂ, ਠੀਕ। ਐਂਡ ਸੇਮ ਵੇ ਐਨੀਮਲ ਦੀ ਜਿਹੜੀ ਬੋਡੀ ਹੈਗੀ ਆ ਉਹਦੇ ਅੰਦਰ ਇੱਕ ਇੰਟਰਨਲ ਇੱਕ ਸ਼ੀਟ ਹੈਗੀ ਆ ਸੈਲਸ ਦੀ, ਠੀਕ ਆ। ਚਾਹੇ ਉਹ ਪੈਰਨਕਾਈਮੇਟਾ ਸੈਲਸ ਤੋਂ ਬਣੀ ਹੋਈ ਹੈਗੀ ਆ, ਕੋਈ ਵੀ ਸ਼ੀਟ ਜਿਹੜੀ ਹੈਗੀ ਆ ਉਹ ਅਵੇਲੇਬਲ ਆ, ਤਾਂ ਇਹਨਾਂ ਨੂੰ ਅਸੀਂ ਟਰੂ ਸੀਲੋਮੇਟਸ ਕਵਾਂਗੇ, ਠੀਕ। ਅਗਰ ਇਹ ਕਵਰਿੰਗ ਅੰਦਰ ਵਾਲੀ ਸਾਈਡ ਤੇ ਨਹੀਂ ਹੈਗੀ then they are pseudo coelomates, they are not true coelomates, they are pseudo coelomates। pseudo means ਹੁੰਦਾ false, pseudo ਦਾ ਮਤਲਬ ਕੀ ਹੁੰਦਾ ਹੈਗਾ ਆ false coelomates, ਠੀਕ ਆ। got it? ਬਾਕੀ ਹੋਰ ਅੱਗੇ ਜਿਹੜੇ ਇਹ ਬੇਸਿਕਲੀ ਇਹ ਫੀਚਰਸ ਹੈ, ਹੋਰ ਬਾਕੀ ਨਾਲ ਦੇ ਨਾਲ ਅਸੀਂ ਕਰਦੇ ਰਵਾਂਗੇ, ਉਹਨਾਂ ਨੂੰ ਈਜ਼ੀਲੀ ਸਮਝ ਆ ਜਾਣਗੇ ਨਾਲ ਦੇ ਨਾਲ, ਠੀਕ ਆ। ਹੁਣ ਪਹਿਲਾ ਫਾਈਲਮ ਕਿਹੜਾ ਸੀਗਾ? ਪੋਰੀਫੇਰਾ। ਕਿਹੜਾ ਸੀਗਾ? ਪੋਰੀਫੇਰਾ। ਪੋਰੀਫੇਰਾ ਦਾ ਮੇਨ ਫੀਚਰ ਹੈਗਾ ਦੇ ਆਰ ਪੋਰ ਬੀਅਰਿੰਗ ਐਨੀਮਲਸ, ਦੇ ਆਰ ਪੋਰ ਬੀਅਰਿੰਗ ਐਨੀਮਲਸ। ਗॉट इट? ਇਹ ਇਹਨਾਂ ਦਾ ਮੇਨ ਫੀਚਰ ਆ। ਜਿੰਨੇ ਵੀ ਐਨੀਮਲਸ ਦੀ ਬਾਡੀ ਦੇ ਉੱਤੇ ਪੋਰਸ ਹੋਣਗੇ, ਪੋਰਸ
they all come under this phylum। ठीक है, एक इन्हां दा इत्थे स्ट्रक्चर हुंदा उहनूं असीं कहने आ operculum। ठीक है, these pores are ostia। ठीक है, हुण ये जिहड़ा स्ट्रक्चर हैगा मैं बनाया इदां दा, कोई तुहानूं ऑर्गेनिज्म पता हैगा जिहड़ा कि पोर्स वाला होवे, जिहदी बॉडी ते पोर्स होण? सॉरी, डिडंट गेट इट। टाइगर? नो, टाइगर दी बॉडी ते कित्थे पोर्स हुंदे आ? नाले सब तो पहली गल, टाइगर इज वर्टिब्रेट। टाइगर दी बॉडी च रीढ़ दी हड्डी नहीं हुंदी, सो टाइगर इज अ वर्टिब्रेट। टाइगर तक तो असीं पहुंचना ही नहीं हैगा। वी आर टॉकिंग अबाउट द ऑर्गेनिजम्स जिन्हां च रीढ़ दी हड्डी नहीं हैगी, वर्टिब्रल कॉलम नहीं हैगा। ओके, अर्थवर्म, डू अर्थवर्म हैव पोर्स एट इट्स बॉडी? नहीं, फिर किद्दां कह सकते हैं? नो, नो टेपवर्म। जिन्हां दी बॉडी दे उत्ते पोर्स आ, पोर्स वाले स्पॉन्जेस नहीं सुनिया कदी? स्पॉन्जेस, हैवंट यू हर्ड अबाउट स्पॉन्जेस? स्पॉन्जेस दी बॉडी दे उत्ते पोर्स नहीं हुंदे। तुसीं स्पॉन्जेस देखे ने आर्टिफिशियल स्पॉन्जेस, है ना, पर ਉਹਦੇ ਵਿੱਚ ਵੀ शेक ਹੁੰਦੇ ਆ, है ना। ਉਹ ਜਿਹੜਾ ਕਨਸੈਪਟ ਆ ਨਾ ਸਪੌਂਜ ਵਾਲਾ, ਉਹ ਨੈਚੁਰਲ ਸਪੌਂਜ ਤੋਂ ਲਿਆ ਗਿਆ ਹੈ। ਨੈਚੁਰਲ ਸਪੌਂजेस ਜਿਹੜੀਆਂ ਹੁੰਦੀਆਂ ਦੇ ਆਰ ਸੀ ਐਨੀਮਲਸ। ठीक है, समुंदर च मिलदियां आ सानू, एंड इन्हां दी बॉडी दे उत्ते पोर्स हुंदियां बहुत सारियां स्पॉन्जेस आ। यूप्लैक्टेला, यूस्पॉन्जिया, स्पॉन्जिला। ठीक है, ये अलग अलग एग्जाम्पल्स आ स्पॉन्जेस दियां जिहड़ियां कि पोर बेयरिंग एनिमल्स आ। ठीक है, और ये फिक्सड हुंदियां है कि अपनी अपनी जगह दे उत्ते, मूवमेंट नहीं ज़्यादा शो करदियां। जिहड़ी स्पॉन्जिला हैगी है ना, इन्हां विच्चों ये हैगी आ फ्रैश वाटर स्पॉन्ज। फ्रैश वाटर स्पॉन्ज, ये भी दस्सण दा हुण एक लॉजिक आ कि फ्रैश वाटर स्पॉन्ज जिहड़ी हैगी, फ्रैश वाटर ते मरीन वाटर दो तरह का पानी हुंदा, है ना। सॉल्ट वाटर, मरीन वाटर समुद्र वाले पानी नूं बेसिकली असीं कहदे ने, फ्रैश वाटर असीं कहदे ने पॉन्ड्स, लेक्स वाले नूं, जिहदे विच कि ज़्यादा सॉल्ट्स वगैरह नहीं हैगे। ठीक है, ते ਜਿਹੜੀਆਂ फ्रैश वाटर स्पॉन्जेस आ ਉਹਨਾਂ ਦੇ ਤੇ ਇਹ ਵਾਲੀਆਂ मरीन वाटर स्पॉन्जेस ਜਿਹੜੀਆਂ, ਇਹਨਾਂ ਦੇ रिप्रोडक्शन 'ਚ थोड़ा ਜਿਹਾ डिफरेंस आ ਜਾਂਦਾ सम टाइम। एंड ये फ्रैश वाटर स्पॉन्ज ਜਿਹੜੀ स्पॉन्जिला मैं ਤੁਹਾਨੂੰ ਦੱਸੀ ਹੈ, ਇੱਕ स्पेशल टाइप ऑफ सैल्स ਆਪਾਂ ਕਹਿ ਸਕਦੇ, ਉਹਨਾਂ ਦੇ ਨਾਲ ਹੈਲਪ ਨਾਲ ਇਹ रिप्रोडक्शन शो करदी आ। ਉਹ ਜਿਹੜੇ ਹੁੰਦੇ ਆ ਦੇ ਆਰ ਜੈਮਿਊਲਸ। ਠੀਕ ਆ, ਜੈਮਿਊਲਸ ਇਹ ਵੀ ਤੁਹਾਡੇ ਇਹਦੇ ਵਿੱਚ ਸਬਜੈਕਟ टॉपिक 'ਚ ਹੈਗਾ ਆ, दैट्स व्हाई आई टोल्ड यू जैम्यूल भी असीं पढ़ना है आगे। ठीक है, हुण स्पॉन्जिला, यूप्लैक्टेला, यूस्पॉन्जिया, ये सारियां स्पॉन्जेस ने। ठीक है, ये सारियां की ने स्पॉन्जेस। एंड ये जिहड़ियां स्पॉन्जेस ने, ये स्पॉन्जेस किहदे अंडर आउंदियां? पॉरीफेरा दे। जिन्ने भी सानू पोर बेयरिंग इदां दे एनीमल्स मिलणगे, उन्हां नूं असीं पॉरीफेरा फाइलम दे विच रखी जाना हैगा आ। ठीक है, फिर इन्हां दे होर फीचर्स भी हैगे आ जिहड़े पॉरीफेरा नाल मिलदे हैगे आ। ਉਹ ਕੀ ਹੈਗੇ ਆ कि जिहड़ी इन्हां दी बॉडी हैगी आ, जिहड़े ये ऑर्गेनिजम्स ने, इन्हां दी जिहड़ी बॉडी हैगी आ ਉਹ सैल एग्रीगेट बॉडी प्लान शो करदे आ। ठीक आ, सैल एग्रीगेट आ, दैन ब्लाइंड सैक आ। ठीक आ, एक साइड ते ओपनिंग हैगी आ, एक साइड क्लोज्ड आ। गॉट इट। ਹੁਣ ਇਸ ਤੋਂ ਬਾਅਦ ਜਿਹੜੀ ਨੇ ਸਪੌਂਜਿਲਾ ਦੀ ਤੁਹਾਨੂੰ ਗੱਲ ਦੱਸ ਰਹੀ ਹੈਗੀ, ਜਿਹੜੀਆਂ ਇਹ ਬਾਕੀ ਸਪੌਂਜਸ ਹੈਗੇ ਨੇ ਨਾ, ਬਟਿੰਗ ਸ਼ੋ ਕਰਦੀਆਂ। ਜਿੱਦਾਂ ਇੱਥੇ ਇੱਕ ਨਵੀਂ ਸਪੌਂਜ ਅਰਾਈਜ਼ ਹੋ ਗਈ ਇਹਦੇ ਸਾਈਡ ਤੇ ਛੋਟੀ ਜੀ, ਜਿੱਦਾਂ ਪਲਾਂਟਸ ਦੇ ਵਿੱਚ ਬਰਡਸ ਆਉਂਦੀਆਂ ਨੇ, ਫਿਰ ਉਹ ਵੱਡੀ ਹੋ ਕੇ ਤੇ ਇਹ ਤੋਂ ਸੈਪਰੇਟ ਹੋ ਕੇ ਅਲੱਗ ਸਪੌਂਜ ਬਣ ਜਾਂਦੀ ਆ। ਠੀਕ ਆ, ਬਟ ਜਿਹੜੇ ਹੈਗੇ ਆ ਇਹ ਸਪੌਂਜਿਲਾ ਜਿਹੜਾ ਹੈਗਾ ਆ, ਸਪੌਂਜਿਲਾ ਦੇ ਵਿੱਚ ਹੁੰਦੇ ਆ ਜੈਮਿਊਲਸ। ठीक है, स्पॉन्जिला जिहड़ी आ फ्रैश वाटर स्पॉन्ज आ, दैट हैज जेम्यूल्स
which help in reproduction. Got it? ਹੁਣ ਉਹ ਕਿੱਦਾਂ ਹੈਲਪ ਕਰਦੀ ਹੈਗੀ ਆ ਰਿਪਰੋਡਕਸ਼ਨ ਦੇ ਵਿੱਚ, ਜਿੱਦਾਂ ਜੈਮਿਊਲਸ ਹੁੰਦੇ ਨੇ, ਦੇ ਆਰ ਇਦਾਂ ਦੇ ਸਟਰਕਚਰਸ ਹੁੰਦੇ ਆ। ਇਹ ਬਹੁਤ ਹੀ ਇੰਪੋਰਟੈਂਟ ਸਟਰਕਚਰ ਹੈ ਐਂਡ ਐਗਜ਼ਾਮ 'ਚ ਮੋਸਟ ਆਫ ਦਾ ਟਾਈਮ ਇਹ ਆਉਂਦਾ ਆ। ਠੀਕ ਆ, ਆ ਹੈਗੀ ਇਹਦੀ ਆਊਟਰ ਮੈਂਬਰੇਨ, ਆ ਹੈਗੀ ਇਹਦੀ ਇਨਰ ਮੈਂਬਰੇਨ, ਠੀਕ ਆ। थोड़े डेटा बनया बट ये तुसी कर सकते हो, नैचुरल आ, नैचुरल चीज़ां पूरियां आपां उहनूं गोल भी नहीं कह सकते, थोड़ा बहुता हो सकता बट गोल भी बना सकते सी, बट वो नहीं करना कि हाँ कंपस दे नाल उहनूं गोल करन लगे। नो, नैचुरल फ्री हैंड ड्राइंग शुड बी देयर। ठीक आ, ते इहदे विच इत्थे आ सारा इदां दे गोल गोल सैल्स दे नाल भरिया होया हुंदा आ। ये जिहड़े गोल गोल सैल्स आ इन्हां नूं असीं कहंदे आ आर्कियोसाइट्स। व्हाट दीज आर कॉल्ड एज archaeocytes. So this will be all filled with these kind of cells. ARCHEO, archeo, CYTES, sites का मतलब हमेशा होता cells। ठीक है, archaeocytes, the same model you can see at the wall of the lab। ठीक है, उस तो बाद आ जिहड़ा पोर्शन है इहदा, ठीक है, ये हैगी है इहदी ओपनिंग। ठीक, ਆਪਾਂ ਇਹਨੂੰ ਮਾਈਕਰੋਪਾਈਲਰ ਐਂਡ ਵੀ ਕਹਿ ਸਕਦੇ ਹੈਗੇ ਆ। ਠੀਕ ਆ, ਤੇ ਇਹਦੇ ਉੱਤੇ ਸਪੀਕਿਊਲਸ ਲੱਗੇ ਹੈਗੇ ਆ ਇਦਾਂ। ਠੀਕ ਆ, ਮੋਨੈਕਸਨ ਸਪੀਕਿਊਲਸ ਆ, ਮਤਲਬ ਸਿੰਗਲ ਐਕਸਿਸ ਵਾਲੇ ਸਪੀਕਿਊਲਸ ਆ ਐਂਡ ਇਹ ਸਪੀਕਿਊਲਸ ਇਹਨੂੰ ਪ੍ਰੋਟੈਕਟ ਕਰਦੇ ਆ। ਸਪੀਕਿਊਲ ਮਤਲਬ ਕੰਡਿਆਂ ਵਰਗੇ ਸਟਰਕਚਰਸ। ਠੀਕ ਆ, ਇਹ ਜਿਹੜੇ ਸਪੀਕਿਊਲਸ ਹੈਗੇ ਨੇ ਇਹ ਇਹਨੂੰ ਕੀ ਕਰਨਗੇ, ਪ੍ਰੋਟੈਕਟ ਕਰਨਗੇ ਫਰੋਮ ਵਟ, ਜਿੱਦਾਂ ਆਲੇ ਦੁਆਲੇ ਵਾਲੇ ਕੋਈ ਵੀ ਇਹਦੇ ਐਨੀਮੀਜ਼ ਆ। ਠੀਕ ਆ, ਤੇ ਸਪੀਕਿਊਲਸ ਹੋ ਗਏ। ਦਿਸ ਇਜ਼ ਆਲ ਅਬਾਊਟ ਜੈਮਿਊਲ। ਜੈਮਿਊਲ ਅਨਫੇਵਰੇਬਲ ਕੰਡੀਸ਼ਨ ਦੇ ਵਿੱਚ ਸਟੋਰ ਕਰਕੇ ਰੱਖਦਾ ਆ, ਹਨਾ, ਇਹਨਾਂ ਨੂੰ ਆਰਕਿਓਸਾਈਟਸ ਨੂੰ। ਜਦੋਂ ਫੇਵਰੇਬਲ ਕੰਡੀਸ਼ਨ ਆਉਂਦੀ ਆ ਮਾਈਕਰੋਪਾਈਲ ਦੇ ਥਰੂ ਆਰਕਿਓਸਾਈਟਸ ਬਾਹਰ ਜਿੱਥੇ ਜਿੱਥੇ ਗਿਰਦੇ ਆ ਉੱਥੇ ਉੱਥੇ ਸਪੰਜਸ ਪ੍ਰੋਡਿਊਸ ਕਰ ਦਿੰਦੇ ਹੈਗੇ। ਠੀਕ ਆ, ਤੇ ਇਹ ਕੋਈ ਬਹੁਤ ਵੱਡੇ ਵੱਡੇ ਸਟਰਕਚਰਸ ਨਹੀਂ ਹੁੰਦੇ ਜਿਨ੍ਹਾਂ ਨੂੰ ਅਸੀਂ ਨੇਕਡ ਆਈ ਨਾਲ ਦੇਖ ਸਕੀਏ। ਠੀਕ ਆ, ਗॉट इट। ਸੋ ਦਿਸ ਵਾਸ ਆਲ ਅਬਾਊਟ ਦਾ ਜੈਮਿਊਲ। ਤੇ ਇਹਨਾਂ ਦੇ ਵਿੱਚ ਰਿਪਰੋਡਕਸ਼ਨ ਵੀ ਮੈਂ ਤੁਹਾਨੂੰ ਦੱਸ ਦਿੱਤੀ ਹੈ ਕਿ ਬਾਏ ਬਡਿੰਗ ਹੁੰਦੀ ਆ ਤੇ ਵਿਦ ਹੈਲਪ ਆਫ ਜੈਮਿਊਲਸ ਹੁੰਦੀ ਆ ਸਪੰਜਸ ਦੇ ਵਿੱਚ। ਐਂਡੋਸਕੈਲਟਨ ਇਹਨਾਂ ਦੇ ਵਿੱਚ ਆਹੀ ਸਪੀਕਿਊਲਸ ਜਿਹੜੇ ਹੈਗੇ ਨੇ ਇਹਨਾਂ ਤੋਂ ਬਣਿਆ ਹੁੰਦਾ ਆ। ਸਕੈਲਟਨ ਦੀ ਤਾਂ ਜ਼ਰੂਰਤ ਹੈ ਨਾ ਬਾਡੀ ਨੂੰ ਖੜੇ ਹੋਣ ਦੇ ਲਈ, ਲਾਈਕ ਹੈ ਨਾ, ਐਂਡੋਸਕੈਲਟਨ ਆ, ਐਂਡੋਸਕੈਲਟਨ ਇਹਨਾਂ ਦਾ ਸਪੀਕਿਊਲਸ ਤੋਂ ਬਣਿਆ ਹੋਇਆ ਆ। ਠੀਕ ਆ, ਜਿੱਦਾਂ ਸਪੋਜ਼ ਤੁਸੀਂ ਇੱਕ ਕਾਟਨ ਦੀ ਬਾਲ ਹੈਗੀ ਆ ਨਾ, ਕਾਟਨ ਦਾ ਕੋਈ ਇੱਕ ਸਟੈਚੂ ਬਣਾਉਣ ਦੀ ਕੋਸ਼ਿਸ਼ ਕਰਦੇ ਆ, ਬਟ ਉਸ ਕਾਟਨ ਦੇ ਸਟੈਚੂ ਨੂੰ ਸਪੋਰਟ ਕਰਨ ਦੇ ਲਈ ਉਹਦੇ ਅੰਦਰ ਤੁਸੀਂ ਸਟਿਕਸ ਵੀ ਖੜੀਆਂ ਕਰ ਸਕਦੇ ਹੋ, ਹੈ ਨਾ। ਐਂਡ ਜਿੱਦਾਂ ਕਾਟਨ ਕੈਂਡੀ ਆ, ਕਾਟਨ ਕੈਂਡੀ ਇਜ਼ ਰੈਪਡ, ਦੈਟ ਇਜ਼ ਵਾਟ, ਅ ਕਾਈਂਡ ਆਫ ਸ਼ੂਗਰ, ਹੈ ਨਾ, ਤੇ ਦੈਟ ਇਜ਼ ਰੈਪਡ ਅਰਾਊਂਡ ਅ ਸਟਿਕ, ਤੇ ਉਹ ਸਟਿਕ ਦੇ ਅਰਾਊਂਡ ਉਹ ਬੜਾ ਵਧੀਆ ਉਹਨੇ ਸਟਰਕਚਰ ਬਣਾਇਆ ਹੁੰਦਾ, ਜਿੱਦਾਂ ਦਾ ਮਰਜ਼ੀ ਉਹਨੂੰ ਸ਼ੇਪ ਦੇ ਕੇ ਖੜਾ ਕੀਤਾ ਆ। ਬਟ ਅਗਰ ਉਹਦੇ ਵਿੱਚ ਕੋਈ ਉਹਨਾਂ ਨੇ ਐਂਡੋਸਕੈਲਟਨ ਨਹੀਂ ਪਾਇਆ ਹੋਇਆ ਤਾਂ ਫਿਰ ਉਹਦੀ ਕੋਈ ਸ਼ੇਪ ਨਹੀਂ ਰਹਿੰਦੀ, ਹੈ ਨਾ। ਠੀਕ ਆ, ਐਂਡ ਉਹਨੂੰ ਵੀ ਛੱਡੋ, ਤੁਸੀਂ ਕਾਟਨ ਦਾ ਸਟੈਚੂ ਬਣਾਉਂਦੇ ਆ ਤਾਂ ਦੈਨ ਦ ਸੇਮ ਥਿੰਗ ਹੈਪਨਸ। ਸੌਰੀ। ਠੀਕ ਆ, ਉਸ ਤੋਂ ਬਾਅਦ ਰੈਸਪੀਰੇਸ਼ਨ ਜਿਹੜੀ ਹੈਗੀ ਆ ਇਹਨਾਂ ਦੀ, ਇਹ ਵੀ ਇਹਨਾਂ ਦੇ ਜਨਰਲ ਬਾਡੀ ਸਰਫੇਸ ਤੋਂ ਹੁੰਦੀ ਆ, ਜਿਹੜੇ ਇਹ ਹੈਗੇ ਆ ਪੋਰੀਫੇਰੈਂਸ। ਠੀਕ ਆ, ਮੋਡ ਆਫ ਨਿਊਟ੍ਰੀਸ਼ਨ ਇਹਨਾਂ ਦਾ ਕੀ ਹੈਗਾ, ਓਮਨੀਵੋਰਸ ਆ ਤੇ ਹੋਲੋਜ਼ੋਇਕ ਆ। ਓਮਨੀਵੋਰਸ ਤੇ ਹੋਲੋਜ਼ੋਇਕ ਦਾ ਮਤਲਬ ਕਿ ਓਮਨੀਵੋਰਸ ਹੁੰਦੇ ਹੈਗੇ ਆ ਆਲ, ਸਾਰਾ ਕੁਝ ਖਾ ਲੈਂਦੇ। ਠੀਕ ਆ, ਓਮਨੀਵੋਰਸ ਐਂਡ ਹੋਲੋਜ਼ੋਇਕ। ਹੋਲੋਜ਼ੋਇਕ ਦੇ ਵਿੱਚ ਕੀ ਹੁੰਦਾ ਹੈਗਾ ਆ ਕਿ ਪੂਰਾ ਦਾ ਪੂਰਾ ਆਰਗੇਨਿਜ਼ਮ ਐਨਗਲਫ ਕਰ ਗਏ। ਹੁਣ ਜਿੱਦਾਂ ਸਪੋਜ਼ ਆ ਸਪੌਂਜ ਸੀਗੀ ਜਿਹੜੀ ਮੈਂ ਬਣਾਈ ਸੀਗੀ, ਹੈ ਨਾ, ਇਹਦੇ ਵਿੱਚ ਆ ਜਿਹੜੀਆਂ ਇਹਦੀਆਂ ਓਸਟੀਆ ਹੈਗੇ ਸੀਗੇ, ਇਹਦੀਆਂ ਪੋਰਸ ਸੀਗੀਆਂ, ਇਹਨਾਂ ਪੋਰਸ ਦੇ ਥਰੂ ਫੂਡ ਅੰਦਰ ਜਾਂਦਾ ਆ। ਠੀਕ ਆ, ਇਹਨਾਂ ਪੋਰਸ ਦੇ ਥਰੂ ਫੂਡ ਅੰਦਰ ਜਾਂਦਾ ਆ ਤੇ ਓਪਰਕੁਲਮ ਜਿਹੜਾ ਸੀਗਾ ਨਾ ਉਹਦੇ ਥਰੂ ਸਮ ਟਾਈਮ ਅਨਡਾਈਜੈਸਟਡ ਫੂਡ ਬਾਹਰ ਨਿਕਲ ਸਕਦਾ ਆ। ਠੀਕ ਆ, ਤੇ
ਇਸ ਤੋਂ ਇਲਾਵਾ ਯੂਪਲੈਕਟੈਲਾ ਹੈਗਾ ਆ, ਤੁਹਾਡੀਆਂ ਬੁੱਕਸ ਦੇ ਵਿੱਚ ਦਿੱਤਾ ਹੋਇਆ ਹੈ। ਯੂਪਲੈਕਟੈਲਾ ਨੂੰ ਨਾ ਵੀਨਸ ਫਲਾਵਰ ਬਾਸਕਟ ਵੀ ਕਹਿ ਦਿੰਦੇ ਹੈਗੇ ਆ, ਵੀਨਸ ਫਲਾਵਰ ਬਾਸਕਟ। I should tell you this thing. एग्जाम्पल आ पॉरीफेरा दी, पॉरीफेरा दी एग्जाम्पल हैगी आ यूप्लैक्टेला। यूप्लैक्टेला इस तरह का एक स्ट्रक्चर साडी बुक च बनया होया आ, यू कैन सी इत्थे इहदे पोर्स हैगियां ने, इस तरह का स्ट्रक्चर हैगा आ, ठीक है। ਇਹਦੇ ਵਿੱਚ ਇੱਕ ਇਹਨੂੰ ਵੀਨਸ ਫਲਾਵਰ ਬਾਸਕਟ ਵੀ ਕਹਿੰਦੇ ਆ, ਐਂਡ ਚਾਈਨਾ ਦੇ ਵਿੱਚ ਇਹਨੂੰ ਮੈਰਿਜਸ ਤੇ ਐਜ਼ ਗਿਫਟ ਦਿੱਤਾ ਜਾਂਦਾ ਹੈਗਾ, ਬਿਕਾਜ਼ ਇਹ ਜਿਹੜਾ ਇਹ ਯੂਪਲੈਕਟੈਲਾ ਆ ਇੱਕ ਕਾਈਂਡ ਆਫ ਮੌਥ ਇਨਸੈਕਟ ਇਹਦੇ ਵਿੱਚ ਐਂਟਰ ਕਰ ਜਾਂਦੀ ਆ ਇਹਦੀਆਂ ਪੋਰਸ ਦੇ ਥਰੂ, ਮਤਲਬ ਉਹਦਾ ਲਾਰਵਲ ਸਟੇਜਸ ਉਹਦੀਆਂ, ਐਂਡ ਉਹਦੀ ਪੂਰੀ ਥਰੂ ਆਊਟ ਉਹਦੀ ਲਾਈਫ ਜਿਹੜੀ ਆ ਉਹ ਇਸ ਯੂਪਲੈਕਟੈਲਾ 'ਚ ਹੀ ਨਿਕਲਦੀ ਆ। ਉਹਦਾ ਫੂਡ ਵੀ ਬਾਹਰੋਂ ਵਾਟਰ ਸਟਰੀਮ ਦੇ ਨਾਲ ਜੋ ਅੰਦਰ ਜਾਂਦਾ ਉਹ ਖਾਂਦੇ ਆ, ਉਹ ਅੰਦਰ ਹੀ ਫਿਰ ਉਹਨਾਂ ਦੀ ਉੱਥੇ ਹੀ ਰਹਿੰਦੇ ਐਂਡ ਉੱਥੇ ਹੀ ਉਹਨਾਂ ਦੀ ਡੈਥ ਹੁੰਦੀ ਆ। ਸੋ ਇਹਨੂੰ ਮਤਲਬ ਸਿੰਬਲ ਆਫ ਇੱਕ ਹਾਰਮਨੀ ਕਹਿ ਲਓ ਇਨ ਦਾ ਮੈਰਿਜਸ ਮੰਨਿਆ ਜਾਂਦਾ ਕਿ ਵੀ ਜਿੱਦਾਂ ਉਹ ਇੱਕ ਇਨਸੈਕਟ ਉਹਦੇ ਵਿੱਚ ਇਕੱਠਾ ਰਹਿੰਦਾ ਹੈਗਾ ਆ, ਦਾ ਸੇਮ ਵੇ ਇੱਕ ਕਪਲ ਜਿਹੜਾ ਹੈਗਾ ਉਹ ਥਰੂ ਆਊਟ ਲਾਈਫ ਇਕੱਠਾ ਰਹੇ, ਠੀਕ ਹੈ। ਇਹ ਬਿਯੋਂਡ ਦਾ ਵੇ ਇੱਕ ਮੈਂ ਤੁਹਾਨੂੰ ਇਹਦੀ ਇਨਫੋਰਮੇਸ਼ਨ ਦਿੱਤੀ ਆ ਬਿਕਾਜ਼ ਸਾਡੇ ਟੀਚਰਸ ਨੇ ਵੀ ਸਾਨੂੰ ਇਹ ਚੀਜ਼ ਦੱਸੀ ਸੀਗੀ, ਕਿਉਂਕਿ ਇਹ ਚੀਜ਼ਾਂ ਸਮਟਾਈਮ ਤੁਹਾਡੇ ਕੰਪੀਟੀਟਿਵ ਐਗਜ਼ਾਮ 'ਚ ਹੈਲਪ ਆਊਟ ਕਰਦੀਆਂ ਹੈਗੀਆਂ ਆ ਵੀ ਇਹਦਾ ਸੈਕਿੰਡ ਨੇਮ ਇਹ ਹੈਗਾ ਆ ਐਂਡ ਵਾਈ ਇਟ ਇਜ਼ ਕਾਲਡ ਸੋ, ਠੀਕ ਹੈ। ਹੁਣ ਇਨਸੈਕਟ ਦਾ ਨਾਮ ਮੈਨੂੰ ਵੀ ਯਾਦ ਨਹੀਂ ਆ, ਆਈ ਵਿਲ ਸੀ ਐਂਡ ਲੈਟ ਯੂ ਪੀਪਲ ਨੋ ਕਿ ਕਿਹੜਾ ਇਨਸੈਕਟ ਹੁੰਦਾ ਆ ਉਹ ਜਿਹੜਾ ਐਂਟਰ ਕਰਦਾ ਹੈਗਾ, ਬਟ ਬੇਸਿਕਲੀ ਵੀਨਸ ਇਜ਼ ਦਾ ਪਲੈਨਟ ਹੈ ਨਾ, ਐਂਡ ਨੋਨ ਐਜ਼ ਸਿੰਬਲ ਆਫ ਲਵ, ਐਂਡ ਦਿਸ ਵੀਨਸ flower basket is basically called so because of this reason कि ਇਹ ਜਿਹੜਾ ਇਨਸੈਕਟ ਹੈਗਾ ਥਰੂ ਆਊਟ ਆਪਣੀ ਸਾਰੀ ਲਾਈਫ ਇਹਦੇ ਵਿੱਚ ਸਪੈਂਡ ਕਰਦਾ ਆ, ਠੀਕ ਆ। ਸੋ ਦਿਸ ਵਾਜ਼ ਆਲ ਅਬਾਊਟ ਯੂਰ ਫਰਸਟ ਫਾਈਲਮ ਪੋਰੀਫੇਰਾ, ਠੀਕ ਆ। ਹੁਣ ਇਹਦੇ ਨਾਲ ਰਿਲੇਟਡ ਕੁਝ ਕੁਐਸਚਨਸ ਹੈਗੇ ਨੇ ਕਿ what are the main features of this phylum? The second one is draw a well labeled diagram of gemule. Third, you people may be given the diagram and you people have to label it only, ठीक है। ते mean of reproduction in this, means of reproduction, ठीक है। name any freshwater sponge and marine water sponge, and last but not the least one, economic importance, ठीक है। economic importance of sponges, ਜਿਹੜੀਆਂ sponges ਹੁੰਦੀਆਂ ਨੇ ਨਾ ਇਹਨਾਂ ਨੂੰ ਸਮ ਟਾਈਮ ਡੈਕੋਰੇਸ਼ਨ ਦੇ ਲਈ ਵੀ ornamental purpose ਲਈ ਵੀ ਯੂਜ਼ ਕੀਤਾ ਜਾਂਦਾ ਹੈਗਾ ਆ, ਠੀਕ ਆ। got it?